मेरे सारे दोस्तों, ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ ਦਾ ਸੈਟ ਨੰਬਰ 4। ਠੀਕ ਹੈ। ਇਸ ਤੋਂ ਪਹਿਲਾਂ ਸਾਰੇ ਬੱਚਿਆਂ ਨੇ ਸੈਟ ਨੰਬਰ 3 ਕਰਵਾਏ ਹੋਏ ਆ, ਉਹ ਚੰਗੀ ਤਰ੍ਹਾਂ ਕਰ ਲੈਣੇ ਆ। ਦੇਖੋ ਥਿਊਰੀ ਵੀ ਤੁਹਾਨੂੰ ਕਰਵਾਊਂਗਾ ਹੌਲੀ ਹੌਲੀ, ਕਹਿਣਾ ਤੁਸੀਂ ਇੱਕ ਵਾਰੀ ਇਹਦੇ ਨਾਲ ਦਾ ਫਲੋ ਬਣਾਓ। ਇੰਟੈਲੀਜੈਂਸ ਦੇ ਪਹਿਲੇ ਆਪਰੇਸ਼ਨ ਦੀ ਗੱਲ ਕਰਦੇ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਭਾਈ, ਅਤੇ ਸ਼ੇਅਰ ਕਰ ਦਿਓ, ਅਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ। ਠੀਕ ਹੈ ਜੀ। ਦੇਖੋ ਜੀ, ਇੰਟੈਲੀਜੈਂਸ ਦੇ ਸੰਦਰਭ ਵਿੱਚ ਇਹਨਾਂ ਵਿੱਚੋਂ ਕਿਹੜਾ ਸੱਚਾ ਬਿਆਨ ਹੈ। ਇੰਟੈਲੀਜੈਂਟ ਦੇ ਹਿਸਾਬ 'ਤੇ ਕਹਿੰਦੇ ਇੰਟੈਲੀਜੈਂਸ ਹੁੰਦੀ ਹੈ ਹੁਸ਼ਿਆਰੀ। ਠੀਕ ਹੈ। ਕਿਸੇ ਬੰਦੇ ਦੀ ਹੁਸ਼ਿਆਰੀ ਲਾ ਲਓ, ਕਿਸੇ ਬੰਦੇ ਦੀ ਮਾਨਸਿਕਤਾ ਲਾ ਲਓ ਕਿ ਦੂਜਿਆਂ ਨਾਲੋਂ ਤੇਜ਼ ਹੈ, ਉਹ ਚੀਜ਼ ਆਪਾਂ ਇੰਟੈਲੀਜੈਂਸ ਕਹਿ ਦਿੰਦੇ ਹਾਂ। ਇਹਦੇ ਬਾਰੇ ਕਿਹੜਾ ਬਿਆਨ ਸੱਚ ਹੈ। ਕਹਿੰਦੇ ਇੰਟੈਲੀਜੈਂਸੀ ਐਡਜਸਟ ਕਰਨ ਦੀ ਯੋਗਤਾ ਹੈ। ਵੈਰੀ ਗੁੱਡ, ਸਹੀ ਗੱਲ ਹੈ ਕਿ ਇੰਟੈਲੀਜੈਂਸੀ ਨਾਲ ਆਪਾਂ ਕੋਈ ਵੀ ਸਿਚੁਏਸ਼ਨ ਹੈਗੀ ਉਹ ਐਡਜਸਟ ਕਰ ਸਕਦੇ ਹੈਗੇ। ਮਤਲਬ ਆਪਾਂ ਕਿਸੇ ਮੁਸੀਬਤ ਵਿੱਚ ਫਸ ਗਏ, ਉਹ 'ਚੋਂ ਨਿਕਲ ਸਕਦੇ ਇੰਟੈਲੀਜੈਂਸੀ ਨਾਲ। ਉਹਦਾ ਪਤਾ ਹੀ ਜਿਹੜਾ ਬੰਦਾ ਚਲਾਕ ਹੋਊਗਾ, ਇੰਟੈਲੀਜੈਂਟ ਹੋਊਗਾ, ਉਹ ਆਟੋਮੈਟਿਕ ਨਿਕਲ ਜੂਗਾ ਪ੍ਰੋਬਲਮ ਦੇ ਵਿੱਚ। ਇਹ ਵੀ ਸਹੀ ਹੈ। ਇੰਟੈਲੀਜੈਂਸੀ ਸਿੱਖਣ ਦੀ ਯੋਗਤਾ ਹੈ। ਇਹ ਵੀ ਸਹੀ ਹੈ। ਇੰਟੈਲੀਜੈਂਸੀ ਆਪਾਂ ਸਿੱਖਦੇ ਵੀ ਨਵੇਂ ਨਵੇਂ ਪੜਾਵਾਂ ਤੋਂ। ਇੰਟੈਲੀਜੈਂਸੀ ਐਬਸਟਰੈਕਟ ਰੀਜ਼ਨਿੰਗ ਦੀ ਯੋਗਤਾ ਹੈ। ਐਬਸਟਰੈਕਟ ਰੀਜ਼ਨਿੰਗ ਯੋਗਤਾ ਕੀ ਹੁੰਦੀ ਹੈ ਕਿ ਮਤਲਬ ਆਪਾਂ ਨੂੰ ਨਵੇਂ ਤੋਂ ਨਵੇਂ ਕੰਮ ਕਰਨ ਦੀ ਪਤਾ ਲੱਗਦਾ ਕਿ ਨਵੇਂ ਨਵੇਂ ਕੰਮ ਕਿਹੜੇ ਕਿਹੜੇ ਤਰੀਕੇ ਨਾਲ ਕਰਨੇ ਆ। ਠੀਕ ਹੈ। ਤਾਂ ਇਹ ਸਾਰੀ ਭਾਈ ਇਹਦੇ ਕਾਰਨ ਹੈ ਇੰਟੈਲੀਜੈਂਸ ਦੇ। ਤਾਂ ਹੁਣ ਇਹੀ ਪ੍ਰਸ਼ਨ ਆਪਾਂ ਇੰਗਲਿਸ਼ 'ਚ ਦੇਖਦੇ ਹਾਂ। ਵਿਚ ਆਫ ਦਾ ਫੋਲੋਇੰਗ ਇਜ਼ ਟਰੂ ਸਟੇਟਮੈਂਟ ਇਨ ਰੀਫਰੈਂਸ ਟੂ ਇੰਟੈਲੀਜੈਂਸ। ਇੰਟੈਲੀਜੈਂਸੀ ਦਾ ਐਬਿਲਿਟੀ ਟੂ ਐਡਜਸਟ ਕਰਨ ਦੀ, ਠੀਕ ਹੈ, ਕੋਈ ਚੀਜ਼ ਲਰਨ ਕਰਨ ਦੀ, ਸਿੱਖਣ ਦੀ, ਅਤੇ ਕੋਈ ਨਵੇਂ ਨਵੇਂ ਤਰੀਕੇ ਲੱਭਣ ਦੀ। ਐਬਸਟਰੈਕਟ ਰੀਜ਼ਨਿੰਗ ਉਹਨੂੰ ਕਹਿੰਦੇ ਨੇ। ਆਲ ਆਫ ਦੀਜ਼ ਇਹਦਾ ਆਨਸਰ ਹੈ ਪੁੱਤਰੋ। ਠੀਕ ਹੈ। ਇਹਨੂੰ 2 ਲੈਂਗੁਏਜ ਤਾਂ ਕਰਵਾਉਣਾ ਭਾਈ, ਅੱਧੇ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਸੀ ਪੰਜਾਬੀ 'ਚ। ਵਿਅਕਤੀਗਤ ਅੰਤਰਾਂ ਨੂੰ ਪੂਰਾ ਕਰਨ ਲਈ ਅਧਿਆਪਕ ਦੀ ਕੀ ਭੂਮਿਕਾ ਹੋਣੀ ਚਾਹੀਦੀ। ਕਿਸੇ ਬੱਚੇ ਦੇ ਵਿੱਚ ਵਿਅਕਤੀਗਤ ਅੰਤਰ ਹੈਗੇ। ਠੀਕ ਹੈ। ਤਾਂ ਉਹ ਜਿਹੜੀ ਉਹਦੀ ਯੋਗਤਾ ਹੈ, ਦੇਖੋ ਆਪਾਂ ਇੰਗਲਿਸ਼ 'ਚ ਵੀ ਪੜ੍ਹਦੇ ਇੱਕ ਵਾਰੀ ਇਹ। ਵਾਟ ਸ਼ੁੱਡ ਬੀ ਦਾ ਰੋਲ ਆਫ ਟੀਚਰ ਟੂ ਮੀਟਿੰਗ ਇੰਡੀਵਿਜੂਅਲ ਡਿਫਰੈਂਸ। ਠੀਕ ਹੈ। ਇਹਨੂੰ ਹੁੰਦੇ ਕਹਿੰਦੇ ਵਿਅਕਤੀਗਤ ਡਿਫਰੈਂਸ ਨੂੰ ਦੂਰ ਕਰਨ ਵਾਸਤੇ ਕੀ ਭੂਮਿਕਾ ਹੋਣੀ ਚਾਹੀਦੀ ਹੈ। ਵਿਅਕਤੀ ਦੀਆਂ ਯੋਗਤਾਵਾਂ, ਰੁਚੀ ਅਤੇ ਯੋਗਤਾ ਨੂੰ ਜਾਣਨ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਉਹਨੂੰ ਵਿਅਕਤੀ ਦੀਆਂ ਯੋਗਤਾਵਾਂ ਕੀ ਯੋਗਤਾ, ਕਾਹਦੇ 'ਚ ਰੁਚੀ ਹੈ ਇਹਦੀ। ਠੀਕ ਹੈ। ਸਾਰੀਆਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਕਿਹਨੂੰ, ਅਧਿਆਪਕ ਨੂੰ। ਵਿਅਕਤੀਗਤ ਲੋੜਾਂ ਦੇ ਅਨੁਸਾਰ ਪਾਠਕ੍ਰਮ ਵਿਵਸਥਿਤ ਕਰਨ ਦੀ ਕੋਸ਼ਿਸ਼ ਕਰੇ ਕਿ ਜਿਹੜੀਆਂ ਨੇ ਲੋੜਾਂ ਹੈਗੀਆਂ, ਠੀਕ ਹੈ, ਉਸ ਹਿਸਾਬ 'ਤੇ ਹੀ ਉਹਨੂੰ ਢਾਲੇ, ਉਸੇ ਸਿਸਟਮ ਦੇ ਵਿੱਚ ਇਹਨੂੰ ਢਾਲਣ ਦੀ ਕੋਸ਼ਿਸ਼ ਕਰੇ। ਤਾਂ ਦੋਵੇਂ ਇਹਦੇ ਆਨਸਰ ਬਿਲਕੁਲ ਸਹੀ ਹੈ, ਇਸ A ਅਤੇ B। ਠੀਕ ਹੈ। ਦੇਖੋ ਫਿਰ ਦੇਖ ਲਓ ਇੰਗਲਿਸ਼ 'ਚ। ਟਰਾਈ ਟੂ ਨੋ ਐਬਿਲਿਟੀ, ਇੰਟਰਸਟ, ਐਪਲੀਟਿਊਡ ਆਫ ਇੰਡੀਵਿਜੂਅਲ। ਇਹਦਾ ਮਤਲਬ ਇਹ ਕਹਿੰਦਾ ਕਿ ਉਹਦੇ ਜਿਹੜੇ ਵਿਅਕਤੀਗਤ ਅੰਤਰ ਆ ਉਹਦੇ ਵਿੱਚ ਉਹ ਕੀ ਦੇਖੇ, ਉਹਦੇ ਇੰਟਰਸਟ ਦੇਖੇ ਕਾਹਦੇ 'ਚ ਹੈ। ਠੀਕ ਹੈ। ਉਹਦੀ ਜ਼ਰੂਰਤ ਦੇਖੇ ਕਾਹਦੀ ਉਹਨੂੰ ਜ਼ਰੂਰਤ ਹੈਗੀ। ਤਾਂ ਬੋਥ A ਐਂਡ B ਦੇ ਦੋਨੇ ਨੰਬਰ ਆਨਸਰ ਆ ਜਾਣਗੇ। ਹੇਠ ਲਿਖਿਆਂ ਵਿੱਚੋਂ ਕਿਹੜਾ 16 ਸਟਿਕ ਡੋਮੇਨ ਵਿੱਚ ਫਾਰਮੈਟ ਅਸਿਸਟੈਂਟ ਦਾ ਸਾਧਨ ਨਹੀਂ ਹੈ। ਠੀਕ ਹੈ। ਫਾਰਮੈਟ ਅਸਿਸਟੈਂਟ ਦਾ ਸਾਧਨ ਇਹਨਾਂ ਵਿੱਚੋਂ ਕਿਹੜਾ ਨਹੀਂ ਹੈਗਾ। ਦੱਸਣਾ ਗੱਲਬਾਤ ਦਾ ਹੁਨਰ, ਬੋਝ ਚੋਣ ਵਿਕਲਪ, ਮੌਖਿਕ ਕੰਪਰੇਸ਼ਨ, ਪ੍ਰੋਜੈਕਟ। ਤਾਂ ਇਹਦਾ ਆਨਸਰ ਆ ਜਾਊਗਾ ਪ੍ਰੋਜੈਕਟ। ਇਹਦਾ ਕੋਈ ਉਹ ਨਹੀਂ ਹੈਗਾ, ਬਾਕੀ ਸਾਰੇ ਹੁਨਰ ਆਪਣੇ। ਠੀਕ ਹੈ। ਇੰਗਲਿਸ਼ 'ਚ ਦੇਖ ਲੈਂਦੇ ਹਾਂ। ਵਿਚ ਆਫ ਦਾ ਫੋਲੋਇੰਗ ਨੋਟ ਦਾ ਟੂਲ ਆਫ ਫੋਰਮੇਟਿਵ ਅਸੈਸਮੈਂਟ ਆਫ ਸੋਲਾਸਟਿਕ ਡੋਮੇਨ ਦਾ ਪ੍ਰੋਜੈਕਟ ਇਹਦਾ ਆਨਸਰ ਆ ਜਾਊਗਾ। ਤੁਹਾਡੀ ਕਲਾਸ ਦੇ ਕੁਝ ਵਿਦਿਆਰਥੀ ਬੇਮਿਸਾਲ ਹੁਸ਼ਿਆਰ ਹਨ, ਕੀ ਤੁਸੀਂ ਉਹਨਾਂ ਨੂੰ ਕੀ ਪੜ੍ਹਾਓਗੇ। ਅਲੋਂਗ ਦਾ ਕਲਾਸ ਕਹਿੰਦੇ ਕਲਾਸ ਤੋਂ ਬਾਹਰ ਵੀ ਪੜ੍ਹਾਵਾਂਗੇ, ਹਾਈ ਕਲਾਸਾਂ ਲਾਵਾਂਗੇ, ਬਾਏ ਯੂਜਿੰਗ ਇਨਰਿਚ ਪ੍ਰੋਗਰਾਮ। ਇਹਦਾ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਵਾਸਤੇ ਆਪਾਂ ਅਜਿਹੇ ਪ੍ਰੋਗਰਾਮ ਕਰਾਂਗੇ ਜਿਨ੍ਹਾਂ ਨਾਲ ਉਹਨਾਂ ਨੂੰ ਮਤਲਬ ਹੋਰ ਵੀ ਜ਼ਿਆਦਾ ਸੋਰਸ ਮਿਲੇ ਉਹਨਾਂ ਨੂੰ ਪੜ੍ਹਾਈ ਵਾਸਤੇ। ਠੀਕ ਹੈ। ਇਹ ਚੀਜ਼ ਆ ਜਾਊਗਾ ਆਨਸਰ ਆ, ਬਾਏ ਯੂਜਿੰਗ ਇਨਰਿਚਡ ਪ੍ਰੋਗਰਾਮ। ਇੰਗਲਿਸ਼ 'ਚ ਵੀ ਇਹੀ ਚੀਜ਼ ਹੈ। ਇਫ ਯੂ ਸਟੂਡੈਂਟ ਯੂਅਰ ਕਲਾਸ ਐਕਸਪੈਕਟਨੇਸ਼ਲੀ ਬਰਾਈਟ, ਬਰਾਈਟ ਬਣਦਾ ਹੁਸ਼ਿਆਰ, ਵਿਲ ਟੀਚ ਦੇਮ, ਕਿ ਤੁਸੀਂ ਉਹਨੂੰ ਕੀ ਟੀਚ ਕਰੋਗੇ। ਤਾਂ ਉਹਨਾਂ ਨੂੰ ਆਪਾਂ ਟੀਚ ਕਰਾਂਗੇ ਭਾਈ ਬਾਏ ਯੂਜਿੰਗ ਇਨਰਿਚਡ ਪ੍ਰੋਗਰਾਮ। ਇਸ ਤੋਂ ਬਾਅਦ ਡਾਇਗਨੋਸਟਿਕ ਟੈਸਟ ਦਾ ਮੁੱਖ ਉਦੇਸ਼ ਕੀ ਹੁੰਦਾ ਹੈ। ਡਾਇਗਨੋਸਟਿਕ ਟੈਸਟ ਹੁੰਦਾ, ਇਹਦਾ ਮੁੱਖ ਉਦੇਸ਼ ਕੀ ਹੁੰਦਾ। ਕਲਾਸ ਦੀ ਕਾਰਜਕਾਰੀ ਵਿੱਚ ਕਮਜ਼ੋਰੀ ਦਾ ਆਮ ਖੇਤਰ। ਇਹ ਤਾਂ ਗਲਤ ਹੈ। ਉਪਚਾਰਕ ਪ੍ਰੋਗਰਾਮ ਦੀ ਵਿਸ਼ੇਸ਼ ਪ੍ਰਗਤੀ ਦੀ ਲੋੜ, ਅਕਾਦਮਿਕ ਮੁਸ਼ਕਲਾਂ ਦੇ ਕਾਰਨ, ਵਿਅਕਤੀ ਦੇ ਮੁਸ਼ਕਲਾਂ ਦਾ ਖਾਸ ਸੁਭਾਅ। ਤਾਂ ਇਹਦਾ ਆਨਸਰ ਆਊਗਾ ਭਾਈ ਉਪਚਾਰਕ ਪ੍ਰੋਗਰਾਮ ਦੀ ਵਿਸ਼ੇਸ਼ ਪ੍ਰਗਤੀ ਦੀ ਲੋੜ ਹੁੰਦੀ ਹੈ। ਡਾਇਗਨਲ ਟੈਸਟ ਦੇ ਵਿੱਚ ਇਹੀ ਚੀਜ਼ ਆ ਜਾਂਦੀ ਹੈ।
ਠੀਕ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਨਾਲ ਉਪਚਾਰ ਪ੍ਰੋਗਰਾਮ ਉਹਨਾਂ ਮੂਹਰੇ ਪੇਸ਼ ਕੀਤੇ ਜਾਣਗੇ, ਉਹਨਾਂ ਦੀ ਪ੍ਰਕਿਰਤੀ ਹੈ, ਉਹਦਾ ਦਿਮਾਗ ਹੈ, ਆਟੋਮੈਟਿਕ ਹੀ ਉਹਨਾਂ ਦਾ ਮਤਲਬ ਕੰਮ ਕਰਨ ਲੱਗ ਜੇ ਜ਼ਿਆਦਾ। ਇਹ ਮੇਜਰ ਪਰਪਸ ਆਫ ਦਾ ਡਾਇਗਨੋਸ ਟੈਸਟ ਇਨ ਦਾ ਡੈਟ ਆਈਡੈਂਟੀਫਾਈ ਸਪੈਸੀਫਿਕ ਨੇਚਰ ਟੂ ਰਿਮਡਾਈਲ ਪ੍ਰੋਗਰਾਮ ਨੀਡਡ। ਬੀ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਆ ਜਾਊਗਾ। ਇਸ ਤੋਂ ਬਾਅਦ CCE ਇੱਕ ਰਚਨਾਤਮਕ ਅਤੇ ਸੰਖੇਪ ਮੁਲਾਂਕਣ ਹੁੰਦਾ ਹੈ, ਕਿੰਨੇ ਨੂੰ ਮਿਲਾ ਕੇ, ਕੁੱਲ ਮਿਲਾ ਕੇ 40 ਤੋਂ 60%। ਠੀਕ ਹੈ, ਰਚਨਾਤਮਕ ਅਤੇ ਸੰਖੇਪ ਮੁਲਾਂਕਣ ਦੇ ਵਿੱਚ 40 ਅਤੇ 60%। ਇੰਗਲਿਸ਼ 'ਚ ਲਿਖਦੇ ਹਾਂ ਆਪਾਂ ਇਹਨੂੰ। ਇਨ CCE ਹੈ ਜਿਹੜਾ CC ਦੇ ਵਿੱਚ, ਠੀਕ ਹੈ, ਫਾਰਮੈਟਿੰਗ ਐਂਡ ਸਬਮਿਟਿੰਗ ਅਸੈਸਮੈਂਟ ਕਿੰਨੀ ਹੋਣੀ ਚਾਹੀਦੀ ਹੈ? ਫਾਰਮੈਟਿੰਗ ਦੇ ਵਿੱਚ 40%, ਸਬਮਿਟਿੰਗ ਦੇ ਵਿੱਚ 60% ਹੋਣੀ ਚਾਹੀਦੀ ਹੈ। ਇਹ ਗੱਲ ਯਾਦ ਰੱਖਣੀ ਹੈ। ਕਿਹੜਾ ਲੇਖ ਇਹ ਕਹਿੰਦਾ ਹੈ ਕਿ ਸਾਰੀ ਘੱਟ ਗਿਣਤੀਆਂ ਨੂੰ, ਚਾਹੇ ਉਹ ਧਰਮ ਜਾਂ ਭਾਸ਼ਾ ਦੇ ਆਧਾਰ 'ਤੇ ਹੋਣ, ਉਹਨਾਂ ਨੂੰ ਆਪਣੀ ਪਸੰਦ ਦੇ ਵਿੱਦਿਅਕ ਅਦਾਰਿਆਂ ਦੀ ਸਥਾਪਨਾ ਅਤੇ ਪ੍ਰਬੰਧਨ ਕਰਨ ਦਾ ਅਧਿਕਾਰ ਹੈ? ਇਹ ਆ ਜਾਂਦਾ ਬਈ ਆਰਟੀਕਲ 29 ਅਤੇ 30 ਦੇ ਵਿੱਚ, ਦੋਨਾਂ 'ਚ ਹੀ ਆ ਜਾਂਦਾ ਹੈ। ਇਹਦੇ ਵਿੱਚ ਗੱਲ ਕੀਤੀ ਗਈ ਹੈ ਮਿਨੋਰਿਟੀ ਬਾਰੇ, ਮਿਨੋਰਿਟੀ ਬਾਰੇ ਗੱਲ ਕੀਤੀ ਗਈ ਹੈ। ਇਹ ਫੰਡਾਮੈਂਟਲ ਰਾਈਟ ਦੇ ਵਿੱਚ ਗੱਲ ਕੀਤੀ ਗਈ ਹੈ। ਠੀਕ ਹੈ, ਆਪਣੇ ਫੰਡਾਮੈਂਟਲ ਰਾਈਟ 6 ਹੈਗੇ, ਪਹਿਲਾਂ 7 ਹੁੰਦੇ ਸੀ। ਉਹਦੇ ਵਿੱਚ ਦੱਸੀ ਗਈ ਹੈ ਕਿ 29ਵੇਂ ਦੇ ਵਿੱਚ ਇਹੀ ਗੱਲ ਕੀਤੀ ਗਈ, 29 ਅਤੇ 30 ਦੋਨੇ ਮਿਨੋਰਿਟੀ ਨਾਲ ਸੰਬੰਧਿਤ ਹੈ। ਪਰ 30 ਦੇ ਵਿੱਚ ਇਹ ਗੱਲ ਕਹੀ ਵੀ ਹੈ ਕੋਈ ਵੀ ਆਪਦਾ ਇੱਕ, ਜਿਵੇਂ ਹੁਣ ਆਪਣੇ ਦੇਖੋ ਕਿ ਸਿੱਖ ਅਕੈਡਮੀਆਂ ਖੁੱਲ੍ਹੀਆਂ ਹੋਈਆਂ, ਚਰਚ ਵਾਲੇ ਸਕੂਲ ਖੁੱਲ੍ਹੇ ਹੋਏ ਹੈ, ਠੀਕ ਹੈ, ਤਾਂ ਮੁਸਲਿਮ ਕਾਲਜ ਖੁੱਲ੍ਹੇ ਹੋਏ ਆ, ਅਤੇ ਸਾਰੇ ਜਿਹੜੇ ਖੁੱਲ੍ਹੇ ਹੋਏ ਆ ਇਹ ਆਰਟੀਕਲ 30 ਦੇ ਕਰਕੇ ਖੁੱਲ੍ਹੇ ਹੋਏ ਹੈਗੇ। ਇਹਦੇ ਵਿੱਚ ਮਿਨੋਰਿਟੀਆਂ ਨੂੰ ਕਾਲਜ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਠੀਕ ਹੈ, ਤਾਂ ਇਹਦਾ ਆ ਜਾਊਗਾ 30 ਨੰਬਰ ਆਰਟੀਕਲ 30 ਵਿੱਚ। ਆਰਟੀਕਲ ਇੰਜੋਇਨ ਡੈਟ ਆਲ ਮਿਨੋਰਿਟੀ ਵੈਦਰ ਬੇਸਡ ਔਨ ਦਾ ਰੀਜਨ ਟੂ ਲੈਂਗੁਏਜ ਸ਼ੈਲ ਹੈਵ ਦਾ ਰਾਈਟ ਟੂ ਇਸਟੈਬਲਿਸ਼ ਐਂਡ ਐਡਮਿਨਿਸਟਰ ਐਜੂਕੇਸ਼ਨ ਇੰਸਟੀਟਿਊਸ਼ਨ ਆਫ ਦੇਅਰ ਚੋਇਸ। ਸਾਡੀ ਚੋਇਸ ਨਾਲ ਖੋਲ੍ਹ ਸਕਦੇ ਆ ਆਰਟੀਕਲ 30 ਦੇ ਵਿੱਚ। ਇੱਕ ਅਧਿਆਪਕ ਵਜੋਂ ਤੁਸੀਂ ਕਲਾਸ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਕਿਹੜੀਆਂ ਤਕਨੀਕਾਂ ਅਪਣਾਓਗੇ? ਐਡੀਕੇਸ਼ਨ ਸੈੱਟ ਕਰਕੇ, ਬਲੈਕ ਬੋਰਡ ਦੀ ਵਰਤੋਂ ਕਰਕੇ, ਉਦਾਹਰਨਾਂ ਦੁਆਰਾ, ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੁਆਰਾ। ਠੀਕ ਹੈ, ਤਾਂ ਇਹ ਸਾਰੀ ਚੀਜ਼ਾਂ ਕਰਾਂਗੇ। ਐਡੀਕੇਸ਼ਨ ਵੀ ਸੈੱਟ ਕਰਾਂਗੇ, ਉਹਨਾਂ ਨੂੰ ਕਿਵੇਂ ਕਿਵੇਂ ਉਹਨਾਂ ਦਾ ਬੋਲ ਚਾਲ ਕਰਨੀ ਹੈ। ਬਲੈਕ ਬੋਰਡ ਤਾਂ ਹੋਊਗਾ, ਉਦਾਹਰਨਾਂ ਦੇ ਦੇਈਏ, ਸਮਝਾਵਾਂਗੇ। ਅਤੇ ਉਹਨਾਂ ਵਿਦਿਆਰਥੀਆਂ ਨੇ ਵੀ ਦੇਖਾਂਗੇ ਕਿਹੜੇ ਸਬਜੈਕਟ ਦੇ ਵਿੱਚ ਉਹ ਜ਼ਿਆਦਾ, ਜਾਂ ਕਿਹੜੀ ਰੁਚੀ ਦੇ ਵਿੱਚ ਉਹ ਜ਼ਿਆਦਾ ਸਰਗਰਮ ਹੁੰਦੇ, ਉਹ ਪੜ੍ਹਾਵਾਂਗੇ। ਤਾਂ ਇਹਦੇ ਵਿੱਚ ਸਾਰੇ ਆਨਸਰ ਇਹਦੇ ਆ ਜਾਣਗੇ ਭਾਈ। ਇੱਕ ਵਿਦਿਆਰਥੀ ਨੂੰ ਪ੍ਰੇਰਿਤ ਕਰਨ ਵਾਸਤੇ ਅਧਿਆਪਕ ਨੂੰ ਇਹ ਤਕਨੀਕਾਂ ਅਪਣਾਉਣੀਆਂ ਹੀ ਪੈਣਗੀਆਂ। ਠੀਕ ਹੈ, ਐਜ਼ ਏ ਟੀਚਰ ਵਟ ਟੈਕਨੀਕ ਯੂ ਵੁੱਡ ਫੋਲੋ ਦਾ ਮੋਟੀਵੇਟਿਵ ਸਟੂਡੈਂਟ ਫੋਰ ਯੂਅਰ ਕਲਾਸ ਬਾਈ ਸੈਟਿੰਗ ਇੰਡਕਸ਼ਨ। ਠੀਕ ਹੈ, ਅਤੇ ਯੂਜ਼ ਬਲੈਕ ਬੋਰਡ, ਸਾਰਾ ਕੁਛ ਆਪਾਂ ਕਰ ਗਏ। ਹੇਠ ਲਿਖਿਆ ਵਿੱਚੋਂ ਕਿਹੜਾ ਵਿਕਾਸ ਦਾ ਸਿਧਾਂਤ ਹੈ? ਵਿਕਾਸ ਕਾਹਦੇ ਨਾਲ ਹੁੰਦਾ? ਇਹ ਸਾਰਿਆਂ ਲਈ ਇੱਕੋ ਰਫਤਾਰ ਨਾਲ ਅੱਗੇ ਨਹੀਂ ਵੱਧਦਾ। ਵਿਕਾਸ ਦਾ ਸਿਧਾਂਤ ਕਿਹੜਾ ਕਿ ਸਾਰਿਆਂ ਵਿੱਚ ਇੱਕੋ ਰਫਤਾਰ ਨਾਲ ਅੱਗੇ ਨਹੀਂ ਵੱਧਦਾ। ਵਿਕਾਸ, ਤੁਹਾਨੂੰ ਪਤਾ ਕਿ ਵਿਕਾਸ 2 ਤਰ੍ਹਾਂ ਦੇ ਹੁੰਦੇ ਆ। ਅੰਦਰੂਨੀ ਵਿਕਾਸ, ਜਿਹੜਾ ਆਪਾਂ ਮਾਨਸਿਕ ਵਿਕਾਸ ਕਹਿ ਦਿੰਦੇ ਹਾਂ, ਜਾਂ ਬਾਹਰੀ ਵਿਕਾਸ ਜਿਹਨੂੰ ਆਪਾਂ ਸਰੀਰਕ ਵਿਕਾਸ ਕਹਿ ਦਿੰਦੇ ਹਾਂ। ਠੀਕ ਹੈ, ਵਿਕਾਸ ਹਮੇਸ਼ਾ ਸਿਰ ਤੋਂ ਲੈ ਕੇ ਪੈਰਾਂ ਤੱਕ ਹੁੰਦਾ, ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਹੇਠ ਲਿਖਿਆ ਵੀ ਕਿਹੜਾ ਵਿਕਾਸ ਦਾ ਸਿਧਾਂਤ? ਦੇਖੋ, ਵਿਕਾਸ ਦਾ ਸਿਧਾਂਤ ਇਹਨਾਂ ਵਿੱਚੋਂ ਇਹ ਨਹੀਂ ਹੈਗਾ ਕਿ ਸਾਰਿਆਂ ਦੀ ਇੱਕੋ ਰਫਤਾਰ ਦੇ ਵਿੱਚ ਨਹੀਂ ਵੱਧਦਾ। ਦੇਖੋ, ਵਿਕਾਸ, ਕੋਈ ਬੱਚਾ ਹੁਸ਼ਿਆਰ ਹੁੰਦਾ ਪੜ੍ਹਾਈ ਦੇ ਵਿੱਚ, ਕੋਈ ਉਹਦੇ ਨਾਲੋਂ ਨਲਾਇਕ ਹੁੰਦਾ ਗਾ। ਠੀਕ ਹੈ, ਕਿਸੇ ਬੱਚੇ ਦਾ ਕੱਦ 10 ਸਾਲ ਦੀ ਉਮਰ ਦੇ ਵਿੱਚ ਵਧਣ ਜ਼ਿਆਦਾ ਹੁੰਦਾ ਗਾ, ਕਿਸੇ ਦਾ 10 ਸਾਲ ਦੇ ਬੱਚੇ ਦਾ ਕੱਦ ਘੱਟ ਹੁੰਦਾ ਗਾ। ਠੀਕ ਹੈ, ਇਸ ਤਰ੍ਹਾਂ ਬਹੁਤ ਸਾਰੇ ਵਿਕਾਸ ਪਾਏ ਜਾਂਦੇ ਆ ਬੱਚਿਆਂ ਦੇ ਵਿੱਚ। ਅਤੇ ਵਿਕਾਸ ਦਾ ਸਿਧਾਂਤ ਇਹੀ ਹੈ ਕਿ ਸਾਰਿਆਂ ਦੇ ਵਿੱਚ ਇੱਕੋ ਰਫਤਾਰ ਨਾਲ ਨਹੀਂ ਵੱਧਦਾ, ਹਰੇਕ ਦੇ ਵਿੱਚ ਕੋਈ ਨਾ ਕੋਈ ਭਿੰਨਤਾ ਹੀ ਜ਼ਰੂਰ ਲੈ ਕੇ ਆਉਂਦਾ ਗਾ। ਵਿੱਚ ਇਹਦਾ ਫੋਲੋਇੰਗ ਇੰਪ੍ਰੈਸਿਵ ਵਾਲੀ ਦਾ ਡਿਵੈਲਪਮੈਂਟ ਇਟ ਡਜ਼ ਨਾਟ ਪ੍ਰੋਸੀਡ ਟੂ ਦਾ ਸੇਮ ਸਪੇਸ ਆਫ ਆਲ। ਮਨੁੱਖੀ ਵਿਕਾਸ ਨੂੰ ਡੋਮੇਨਾਂ ਦੇ ਵਿੱਚ ਵੰਡਿਆ ਗਿਆ ਹੈ, ਜਿਵੇਂ ਕਿ ਜਿਹੜਾ ਮਨੁੱਖ ਦਾ ਵਿਕਾਸ ਹੈ ਉਹਨੂੰ ਮਤਲਬ ਅਲੱਗ-ਅਲੱਗ ਭਾਗਾਂ ਦੇ ਵਿੱਚ ਵੰਡਿਆ ਗਿਆ। ਉਹ ਭਾਗ ਕਿਹੜੇ ਕਿਹੜੇ? ਦੇਖੋ, ਉਹ ਹੈਗੇ ਆ ਸਰੀਰਕ, ਬੋਧਾਤਮਕ, ਭਾਵਨਾਤਮਕ ਅਤੇ ਸਰੀਰਕ। ਇਹੀ ਯਾਦ ਕਰ ਲਓ, ਰੱਟਾ ਲਾ ਲਓ ਇਹ ਚੀਜ਼ ਦਾ। ਠੀਕ ਹੈ, ਮਨੋਵਿਗਿਆਨ ਜਿਹਨੂੰ ਆਪਾਂ ਫਿਜ਼ੀਓਲੋਜੀ ਕਹਿ ਦਿੰਦੇ ਹਾਂ, ਬੋਧਾਤਮਕ ਜਿਹੜੀ ਆਪਣੇ ਦਿਮਾਗ ਦੀ ਸ਼ਕਤੀ ਹੈ, ਭਾਵਨਾ ਅਤੇ ਸਰੀਰਕ, ਇਹ ਸਾਰੇ ਵਿਕਾਸ ਦੇ ਭਾਗ ਆ ਜਿਹਨੂੰ ਵੰਡਿਆ ਗਿਆ ਹੈਗਾ। ਹੁਣ ਆਪਾਂ ਇਹਨੂੰ ਇੰਗਲਿਸ਼ 'ਚ ਦੇਖਦੇ ਹਾਂ। ਹਿਊਮਨ ਡਿਵੈਲਪਮੈਂਟ ਇਜ ਡਿਵਾਈਡਡ ਇਨਟੂ ਅ ਡੋਮੇਨ ਸੱਚ ਐਜ਼ ਫਿਜ਼ੀਓਲੋਜਿਸ, ਕੋਗਨੀਟਿਵ, ਇਮੋਸ਼ਨ ਐਂਡ ਫਿਜ਼ੀਕਲ। ਠੀਕ ਹੈ, ਇਹ ਚੀਜ਼ ਦਾ ਰੱਟਾ ਲਾ ਲਓ ਭਾਈ ਇੱਕ ਤਰ੍ਹਾਂ ਨਾਲ। ਇੱਕ ਅਧਿਆਪਕ ਇੱਕ ਟੈਕਸਟ ਅਤੇ ਫਲਾਂ ਅਤੇ ਸਬਜ਼ੀਆਂ ਦੀਆਂ ਕੁਝ ਤਸਵੀਰਾਂ ਦੀ ਵਰਤੋਂ ਕਰਦਾ ਹੈ ਅਤੇ ਆਪਣੇ ਵਿਦਿਆਰਥੀਆਂ ਨਾਲ ਚਰਚਾ ਕਰਦਾ ਹੈ। ਵਿਦਿਆਰਥੀ ਵੇਰਵੇ ਨੂੰ ਆਪਣੇ ਪਿਛਲੇ ਗਿਆਨ ਨਾਲ ਜੋੜਦੇ ਹਨ ਅਤੇ ਪੋਸ਼ਣ ਸੰਕਲਪ ਨੂੰ ਦੱਸਦੇ ਹਨ। ਇਹ ਕਿਹੜੀ ਪਹੁੰਚ ਦੇ ਆਧਾਰਿਤ ਹੈ?
ਤਾਂ ਇਹ ਹੈਗਾ ਭਾਈ ਕਹਿੰਦੇ ਗਿਆਨ ਦਾ ਨਿਰਮਾਣ। ਇਹ ਸਿੱਧੀ ਪਤਾ ਲੱਗੀ ਜਾਂਦਾ ਕਿ ਜਦੋਂ ਬੱਚੇ ਨੂੰ ਉਹਨੇ ਸਬਜ਼ੀਆਂ ਦੀ ਤਸਵੀਰਾਂ ਦਿਖਾਤੀਆਂ ਤਾਂ ਬੱਚਾ ਜਿਹੜਾ ਪਿਛਲੇ ਗਿਆਨ ਨਾਲ ਜੋੜਦਾ ਹੈ, ਔਰ ਗਿਆਨ ਨਾਲ ਜੋੜ ਕੇ ਉਹ ਗਿਆਨ ਦਾ ਨਿਰਮਾਣ ਕਰਦਾ ਹੈ ਕਿ ਇਹ ਜਿਹੜੀ ਚੀਜ਼ ਹੈਗੀ ਇਹ ਕਿਹੜੀ ਚੀਜ਼ ਨਾਲ ਸੰਬੰਧਿਤ ਹੈ। ਠੀਕ ਹੈ, ਉਹ ਚੀਜ਼ ਨਾਲ ਜੋੜਨ ਦੀ ਕੋਸ਼ਿਸ਼ ਕਰਦਾ, ਉਹ ਤਾਂ ਗਿਆਨ ਦੀਆਂ ਗੱਲਾਂ ਹੁੰਦੀਆਂ ਸਾਰੀਆਂ। ਤਾਂ ਉਹਦੇ 'ਚ ਕੀ ਹੁੰਦਾ, ਗਿਆਨ ਦਾ ਨਿਰਮਾਣ ਹੁੰਦਾ ਇਹ ਚੀਜ਼ਾਂ ਨੂੰ ਦੇਖ ਕੇ। ਇੰਗਲਿਸ਼ ਦੇ ਵਿੱਚ ਦੇਖਦੇ ਆ, ਇਹ ਟੀਚਰ ਯੂਜ਼ਸ ਏ ਟੈਕਸਟ ਐਂਡ ਸਮ ਪਿਕਚਰ ਦਿਖਾ ਰਿਹਾ ਹੈ ਫਰੂਟਸ ਦੀਆਂ ਐਂਡ ਵੈਜੀਟੇਬਲ ਦੀਆਂ ਐਂਡ ਹੋਲਡ ਡਿਸਕਸ਼ਨ, ਅਤੇ ਸਟੂਡੈਂਟ ਨਾਲ ਡਿਸਕਸ਼ਨ ਕਰ ਰਿਹਾ ਹੈ। ਦਾ ਸਟੂਡੈਂਟ ਲਿੰਕ ਦਾ ਡਿਟੇਲ, ਜਿਹੜੀ ਸਟੂਡੈਂਟ ਆ ਉਹ ਜਿਹੜੀ ਡਿਟੇਲ ਆ ਉਹਦਾ ਲਿੰਕ ਬਣਾ ਕੇ ਆਪਣੀ ਪ੍ਰੀਵੀਅਸ ਨੌਲੇਜ ਨਾਲ ਉਹਨੂੰ ਕਨਸੈਪਟ ਨੂੰ ਜੋੜ ਰਹੇ ਨੇ। ਅਤੇ ਉਹ ਕਿਹਦੇ ਬੇਸ 'ਤੇ ਆ, ਉਹ ਹੈਗਾ ਕੰਸਟਰਕਸ਼ਨ ਆਫ ਦਾ ਨੌਲੇਜ। ਕੋਹਲ ਵਰਗ ਦੇ ਅਨੁਸਾਰ ਇੱਕ ਅਧਿਆਪਕ ਦੁਆਰਾ ਬੱਚਿਆਂ ਨੂੰ ਨੈਤਿਕ ਕਦਰਾਂ ਦੀ ਕੀਮਤ ਪੈਦਾ ਕਰ ਸਕਦਾ ਹੈ। ਕੋਹਲ ਵਰਗ ਨੇ ਕਿਹਾ ਕਿ ਇੱਕ ਅਧਿਆਪਕ ਦੁਆਰਾ ਬੱਚਿਆਂ ਵਿੱਚ ਨੈਤਿਕ ਕਦਰਾਂ ਨੂੰ ਪੈਦਾ ਕਰਨਾ ਕਿਵੇਂ ਕਰ ਸਕਦਾ, ਉਹਨਾਂ ਦੇ ਨੈਤਿਕ ਮੁੱਦਿਆਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ, ਜਿਹੜੇ ਉਹਦੇ ਨੈਤਿਕ ਮੁੱਦੇ ਉਹਨਾਂ ਨਾਲ ਉਹਦਾ ਵਿਚਾਰ ਵਟਾਂਦਰਾ ਕਰੇ। ਬੱਚਿਆਂ ਤੋਂ ਪੁੱਛੇ ਕਿ ਤੁਹਾਡੀ ਭਾਈ ਤੁਸੀਂ ਕੀ ਸੋਚਦੇ ਹੋ, ਮੈਂ ਕੀ ਸੋਚਦਾ, ਆਪਦੇ ਵਿਚਾਰ ਦੱਸੇ। ਜੇਕਰ ਉਹਨਾਂ ਦੇ ਵਿਚਾਰਾਂ ਵਿੱਚ ਕੋਈ ਗਲਤੀ ਹੈ ਉਹਨੂੰ ਉੱਥੇ ਹੀ ਉਹਦੇ ਵਿੱਚ ਅਮੈਂਡਮੈਂਟ ਕਰਕੇ ਆਪ ਦਾ ਕੋਈ ਨਵਾਂ ਉਹਨੂੰ ਦੱਸੇ ਕਿ ਬੱਚੋ ਤੁਸੀਂ ਇੱਥੇ ਗਲਤ ਹੋ ਅਤੇ ਆਹ ਚੀਜ਼ ਨੂੰ ਅਪਣਾਓ। ਇੰਗਲਿਸ਼ 'ਚ ਦੇਖ ਰਹੇ ਨੇ ਵਿੱਚ ਦਾ ਫੋਲੋਵਿੰਗ ਇਜ਼ ਏ ਟੀਚਰ ਰਿਲੇਟਡ ਫੈਕਟਰ ਅਫੈਕਟਿੰਗ ਲਰਨ। ਠੀਕ ਹੈ, ਤਾਂ ਇਹ ਹੈਗਾ ਮਾਸਟਰੀ ਓਵਰ ਦਾ ਸਬਜੈਕਟ ਮੈਟਰ। ਨੌਜਵਾਨ ਸਿਖਿਆਰਥੀਆਂ ਨੂੰ ਕਲਾਸਰੂਮ ਵਿੱਚ ਸਾਥੀਆਂ ਨਾਲ ਗੱਲਬਾਤ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਕਿ ਤਾਂ ਜੋ ਜਿਹੜੇ ਨੌਜਵਾਨ ਸਿਖਿਆਰਥੀ ਆਪਾਂ ਵਿਦਿਆਰਥੀਆਂ ਨੂੰ ਵੀ ਕਹਿ ਦਿੰਦੇ ਹਾਂ। ਠੀਕ ਹੈ, ਕਲਾਸਰੂਮ ਦੇ ਵਿੱਚ ਆਪਾਂ ਕਹਿੰਦੇ ਕਿ ਬੱਚਿਆਂ ਨੇ ਡਿਸਕਸ ਕਰੋ, ਤਾਂ ਉਹਦਾ ਕੀ ਹੋਊਗਾ, ਉਹ ਅਧਿਐਨ ਦੇ ਦੌਰਾਨ ਸਮਾਜਿਕ ਹੁਨਰ ਵੀ ਸਿੱਖਦੇ ਹਨ। ਮੰਨ ਲਓ ਆਪਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਲੱਗ ਰਿਹਾ, ਆਪਾਂ ਨੂੰ ਕਹਿੰਦੇ ਨੇ ਜੇ ਅੱਗੇ ਸਰ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਕਿ ਬੱਚੋ ਜੇ ਤੁਹਾਨੂੰ ਸਮਝ ਨਾ ਆਉਂਦਾ ਤੁਸੀਂ ਆਪਸ ਦੇ ਵਿੱਚ ਡਿਸਕਸ ਕਰਿਆ ਕਰੋ, ਤਾਂ ਉਹੀ ਸੇਮ ਟੂ ਸੇਮ ਚੀਜ਼ ਇਹਦੇ ਵਿੱਚ ਕਹੀ ਗਈ ਹੈ। ਠੀਕ ਹੈ, ਇਹਦੇ ਅਧਿਐਨ ਨਾਲ ਬੱਚੇ ਕੀ ਹੈ ਨਾਲ ਅਧਿਆਪਕ ਦੇ ਨਾਲ ਇਹਦੇ ਅਧਿਐਨ ਦੇ ਨਾਲ ਨਾਲ ਸਮਾਜਿਕ ਹੁਨਰ ਵੀ ਸਿੱਖਦੇ ਹਨ। ਤਾਂ ਇਹੀ ਚੀਜ਼ ਆਪਾਂ ਇੰਗਲਿਸ਼ ਦੇ ਵਿੱਚ ਵੀ ਡਿਸਕਸ ਕਰਦੇ ਹਾਂ। ਯੰਗ ਲਰਨਰ ਸ਼ੁੱਡ ਵੀ ਇਨਕੋਰੇਜ ਟੂ ਇੰਟਰੈਕਟ ਵਿਦ ਦਾ ਪੀਅਰਸ ਦਾ ਕਲਾਸਰੂਮ ਸੋ ਡੈਟ ਦੇ ਲਰਨ ਸੋਸ਼ਲ ਸਕਿੱਲ ਇਨ ਦਾ ਕੋਰਸ ਆਫ ਸਟੱਡੀ। ਜਦੋਂ ਕੋਈ ਬੱਚਾ ਪਹਿਲਾਂ ਸਕੂਲ ਆਉਂਦਾ ਹੈ ਤਾਂ ਅਧਿਆਪਕ ਨੂੰ ਕੀ ਚਾਹੀਦਾ ਹੈ, ਅਪਾਹਜਤਾ ਦੇ ਅਨੁਸਾਰ ਬੱਚੇ ਨੂੰ ਇੱਕ ਵਿਸ਼ੇਸ਼ ਸਕੂਲ ਵਿੱਚ ਰੱਖਣਾ। ਇਹਦੇ ਨਾਲ ਤਾਂ ਬੱਚੇ ਉਹਦੇ ਵਿੱਚ ਇੱਕ ਭਾਵਨਾ ਪੈਦਾ ਕਰ ਰਹੇ ਹਾਂ ਆਪਾਂ ਕਿ ਉਹ ਸਮਾਜ ਤੋਂ ਅਲੱਗ ਹੈਗਾ। ਠੀਕ ਹੈ, ਇਹ ਗੱਲ ਤਾਂ ਗਲਤ ਹੋ ਸਕਦੀ ਹੈ। ਉਸਨੂੰ ਦੂਜੇ ਵਿਦਿਆਰਥੀਆਂ ਤੋਂ ਅਲੱਗ ਕਰੋ, ਇਹ ਵੀ ਗਲਤ ਹੈ। ਤਾਂ ਸਿੱਧੀ ਪਤਾ ਲੱਗੀ ਜਾਂਦਾ ਕਿ ਗਲਤ ਹੈ। ਦਾਖਲਾ ਪ੍ਰੀਖਿਆ ਕਰਾਓ, ਇਹ ਵੀ ਗਲਤ ਹੈ। ਤਾਂ ਸਿੱਧਾ ਪਤਾ ਲੱਗੀ ਜਾਂਦਾ ਸਹਿਯੋਗੀ ਯੋਜਨਾਵਾਂ ਨੂੰ ਵਿਕਸਿਤ ਕਰੋ ਅਤੇ ਬੱਚਿਆਂ ਦੇ ਮਾਂ ਬਾਪ ਨਾਲ ਹੀ ਵਟਾਂਦਰਾ ਕਰੋ ਕਿ ਬੱਚੇ 'ਚ ਕਿਹੜੀ ਸਕਿੱਲ ਹੈ, ਬੱਚਾ ਕਿਹੜੀ ਚੀਜ਼ ਦੇ ਵਿੱਚ ਜ਼ਿਆਦਾ ਇੰਟਰਸਟ ਲੈਂਦਾ, ਤਾਂ ਉਹਦੇ ਮਾਂ ਬਾਪ ਨਾਲ ਹੀ ਵਟਾਂਦਰਾ ਕਰੋ। ਸਹਿਯੋਗੀ ਯੋਜਨਾ ਬਣਾਓ, ਬੱਚੇ ਨਾਲ ਵੀ ਸਹਿਯੋਗ ਸਥਾਪਿਤ ਕਰੋ। ਤਾਂ ਇਹਦਾ ਆਨਸਰ ਆ ਜਾਊਗਾ ਆਪਣਾ C ਨੰਬਰ ਆਪਸ਼ਨ। ਵੈਨ ਏ ਚਾਈਲਡ ਵਿਦ ਏ ਡਿਸੇਬਿਲਿਟੀ ਫਸਟ ਕਮਸ ਟੂ ਸਕੂਲ ਵਿੱਚ ਟੀਚਰ ਸ਼ੁੱਡ ਡਿਸਕਸ ਦਾ ਚਿਲਡਰਨ ਦੀ ਪੇਰੈਂਟਸ ਟੂ ਐਵਲੋਵ ਕੋਲੈਬੋਰੇਟ ਪਲਾਨ। ਕੋਲੈਬੋਰੇਟ ਦਾ ਮਤਲਬ ਹੁੰਦਾ ਇੱਕ ਤਰ੍ਹਾਂ ਨਾਲ ਤਾਲਮੇਲ ਰੱਖਣਾ। ਪਿਗਮੈਂਟ ਦੇ ਬੋਧਾਤਮਕ ਵਿਕਾਸ ਦੇ ਪੜਾਵਾਂ ਦੇ ਅਨੁਸਾਰ ਸੰਵੇਦੀ ਮੋਟਰ ਅਵਸਥਾ ਨਾਲ ਜੁੜੀ ਹੋਈ ਹੈ। ਜਿਹੜਾ ਪਿਗਮੈਂਟ ਦਾ ਬੋਧਾਤਮਕ ਵਿਕਾਸ ਹੈਗਾ, ਠੀਕ ਹੈ, ਉਹਦੇ ਵਿਕਾਸ ਪੜਾਵਾਂ ਦੇ ਅਨੁਸਾਰ ਜਿਹੜੀ ਆਪਣੀ ਸੰਵੇਦਨਾ ਦੀ ਜਿਹੜੀ ਆਪਣੀ ਮੋਟਰ ਹੈ, ਮਤਲਬ ਸੰਵੇਦਨ ਦੀ ਸ਼ਕਤੀ ਆਪਣੀ, ਉਹ ਅਵਸਥਾ ਨਾਲ ਜੁੜੀ ਹੋਈ ਹੈ। ਕਿਵੇਂ ਜੁੜੀ ਹੋਈ ਹੈ, ਨਕਲ, ਯਾਦਸ਼ਕਤੀ, ਮਾਨਸਿਕਤਾ, ਇਹਨਾਂ ਚੀਜ਼ਾਂ ਨਾਲ ਆਪਣੀ ਜੁੜੀ ਹੋਈ ਹੈ ਸੰਵੇਦਨਾ ਸੰਬੰਧ ਦਿਮਾਗ ਨਾਲ ਹੀ ਹੁੰਦਾ ਗਾ। ਦਿਮਾਗ ਦੇ ਵਿੱਚ ਆਪਾਂ ਕੀ ਕਰਦੇ ਹਾਂ, ਨਕਲ ਵੀ ਕਰਦੇ ਹਾਂ, ਯਾਦ ਸ਼ਕਤੀ ਵੀ ਹੁੰਦੀ ਹੈ ਅਤੇ ਮਾਨਸਿਕ ਪ੍ਰਤੀਨਿਧਤਾ ਵੀ। ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਦੇਖਦੇ ਕੀ ਕਹਿੰਦੇ ਆ, ਅਕੋਰਡਿੰਗ ਟੂ ਦਾ ਪਿਗਮੈਂਟ ਇਜ ਸਟੇਜਸ ਟੂ ਦਾ ਕੋਗਨੀਟਿਵ ਡਿਵਲਪਮੈਂਟ। ਇਹਨੂੰ ਕਹਿੰਦੇ ਆਪਾਂ ਬੋਧਾਤਮਕ ਵਿਕਾਸ। ਦਾ ਸੈਂਸਰੀ ਮੋਟਰ ਸਟੇਜ ਕਿਹੜੀ ਹੁੰਦੀ ਹੈ ਆਪਣੀ, ਇਮੀਟੇਸ਼ਨ, ਮੈਮਰੀ ਐਂਡ ਮੈਂਟਲ ਰਿਪ੍ਰੈਜੈਂਟੇਸ਼ਨ। ਮਨੁੱਖੀ ਸ਼ਖਸੀਅਤ ਦਾ ਨਤੀਜਾ ਕੀ ਹੈ, ਜਿਹੜੀ ਆਪਣੀ ਮਨੁੱਖੀ ਸ਼ਖਸੀਅਤ ਹੈ ਇਹਦਾ ਨਤੀਜਾ ਕੀ ਹੁੰਦਾ। ਸ਼ਖਸੀਅਤ ਆਪਾਂ ਕਹਿਣਾ ਬੰਦੇ ਦੀ ਸ਼ਖਸੀਅਤ ਬਹੁਤ ਵਧੀਆ, ਉਹ ਕੀ ਹੁੰਦੀ ਹੈ, ਉਹ ਖਾਨਦਾਨੀ ਅਤੇ ਵਰਤਾਮਾਨ ਦੇ ਵਿਚਕਾਰ ਜਿਹੜਾ ਪਰਸਪਰ ਪ੍ਰਭਾਵ ਹੁੰਦਾ ਉਹ ਚੀਜ਼ ਨੂੰ ਫਰਕ ਪੈਂਦਾ। ਜੇ ਕੋਈ ਬੰਦਾ ਲੁੱਚੇ ਲਫੰਗਿਆਂ 'ਚ ਰਹਿੰਦਾ ਉਹਦਾ ਜਿਹੜਾ ਸ਼ਖਸੀਅਤ ਉਹੋ ਜਿਹੀ ਹੋ ਜਾਂਦੀ ਹੈ, ਕੋਈ ਬੰਦਾ ਵਧੀਆ ਬੰਦਾ ਰਹਿੰਦਾ ਉਹਦੀ ਸ਼ਖਸੀਅਤ ਉਹੋ ਜਿਹੀ ਹੋ ਜਾਂਦੀ ਹੈ। ਕਹਿਣ ਦਾ ਮਤਲਬ ਆਪਾਂ ਕਹਿੰਦੇ ਨਹੀਂ ਹੁੰਦੇ ਜਿਹੋ ਜਿਹੀ ਸੰਗਤ ਉਹੋ ਜਿਹੀ ਰੰਗਤ। ਤਾਂ ਇਹ ਚੀਜ਼ ਦਾ ਸੰਬੰਧ ਮਨੁੱਖੀ ਸ਼ਖਸੀਅਤ ਨਾਲ ਹੁੰਦਾ ਹੈਗਾ, ਖਾਨਦਾਨੀ ਅਤੇ ਵਰਤਾਵਾਨ ਦੇ ਨਾਲ ਇਹ ਚੀਜ਼ਾਂ ਹੁੰਦੀਆਂ। ਜੇ ਆਪਣਾ ਵਰਤਾਵਾਨ ਹੀ ਆਸੇ ਪਾਸੇ ਮਾਹੌਲ ਹੀ ਖਰਾਬ ਹੈਗਾ ਤਾਂ ਆਪਾਂ ਉਹੀ ਜਿਹੀ ਬਣ ਜਾਂਗੇ। ਠੀਕ ਹੈ, ਚਾਹੇ ਆਪਾਂ ਜਿੰਨਾ ਬਦਲਣ ਦੀ ਕੋਸ਼ਿਸ਼ ਮਰਜ਼ੀ ਕਰੀਏ, ਫਿਰ ਵੀ ਥੋੜ੍ਹੇ ਮੋਟੇ ਗੁਣ ਤਾਂ ਰਹੀ ਜਾਂਦੇ ਆ। ਹਿਊਮਨ ਪਰਸਨੈਲਿਟੀ ਇਜ਼ ਅ ਰਿਜ਼ਲਟ ਆਫ ਦਾ ਇੰਟਰੈਕਸ਼ਨ ਬਿਟਵੀਨ ਦਾ ਹੈਰੀਡਿਟੀ ਐਂਡ ਐਨਵਾਇਰਮੈਂਟ। ਅਧਿਆਪਨ ਸਿੱਖਣ ਦੀ ਪ੍ਰਕਿਰਿਆ ਵਿੱਚ ਵਿਅਕਤੀਗਤ ਧਿਆਨ ਮਹੱਤਵਪੂਰਨ ਕਿਉਂ ਹੈ।
ਆਪਾਂ ਅਧਿਆਪਨ ਸਿੱਖਣਾ, ਕੁਛ ਵੀ ਸਿੱਖਣਾ, ਉਹਦੇ ਵਿੱਚ ਵਿਅਕਤੀਗਤ ਧਿਆਨ ਮਹੱਤਵਪੂਰਨ ਹੈ, ਕਿਉਂਕਿ ਬੱਚੇ ਦੇ ਵੱਖ-ਵੱਖ ਤਰ੍ਹਾਂ ਦੇ ਵਿਕਸਿਤ ਹੁੰਦੇ ਹਨ ਅਤੇ ਵੱਖਰੇ ਢੰਗ ਨਾਲ ਸਿੱਖਦੇ ਹਨ। ਦੇਖੋ ਅਧਿਆਪਨ ਸਿੱਖਣ ਦੀ ਪ੍ਰਕਿਰਿਆ ਵਿੱਚ ਕੀ ਬੱਚਾ, ਕਿਉਂਕਿ ਜਿਹੜਾ ਵੀ ਬੱਚਾ ਕੋਈ ਅਧਿਆਪਨ ਤੋਂ ਕੋਈ ਸਿੱਖਣ ਦੀ ਪ੍ਰਕਿਰਿਆ ਕਰਦਾ ਹੈ ਤਾਂ ਬੱਚੇ ਦੀਆਂ ਵੱਖ-ਵੱਖ ਦਰਾਂ ਹੁੰਦੀਆਂ, ਵੱਖ-ਵੱਖ ਉਹ ਹੁੰਦੇ, ਉਹਦੇ ਪੜਾਅ ਹੁੰਦੇ ਜਿਹਦੇ ਵਿੱਚ ਉਹ ਅਲੱਗ-ਅਲੱਗ ਢੰਗ ਨਾਲ ਵਿਕਸਿਤ ਹੁੰਦਾ ਅਤੇ ਸਿੱਖਦਾ ਹੈਗਾ। ਠੀਕ ਹੈ, ਤਾਂ ਡੀ ਨੰਬਰ ਆਪਸ਼ਨ ਹੈ ਬਿਲਕੁਲ ਸਹੀ ਆਨਸਰ ਹੈ। ਇਸ ਤੋਂ ਬਾਅਦ ਆ ਗਿਆ ਆਪਾਂ 20ਵੇਂ 'ਤੇ, ਇੰਡੀਵਿਜੂਅਲ ਅਟੈਂਸ਼ਨ ਇਜ਼ ਇੰਪੋਰਟੈਂਟ ਦਾ ਟੀਚਿੰਗ ਲਰਨਿੰਗ ਪ੍ਰੋਸੈਸ ਬਿਕੋਜ਼ ਚਿਲਡਰਨ ਡਿਵਲਪ ਐਟ ਡਿਫਰੈਂਟ ਰੇਟ ਐਂਡ ਡਿਫਰੈਂਟ ਲਰਨਟ। ਸਮੱਸਿਆ ਨਿਪਟਾਰੇ ਦੇ ਵਿਗਿਆਨਕ ਢੰਗ ਨਾਲ ਹੇਠ ਲਿਖਿਆ ਵਿੱਚੋਂ ਪਹਿਲਾ ਕਦਮ ਕਿਹੜਾ ਹੈ? ਆਪਾਂ ਕਿਸੇ ਸਮੱਸਿਆ ਦਾ ਨਿਪਟਾਰਾ ਕਰਨਾ ਵਿਗਿਆਨਕ ਤੌਰ 'ਤੇ, ਪਹਿਲਾ ਢੰਗ ਕਿਹੜਾ ਹੈਗਾ? ਸਮੱਸਿਆ ਦੇ ਪ੍ਰਤੀ ਜਾਗਰੂਕਤਾ ਹੋਣਾ। ਜਿਹੜੀ ਆਪਾਂ ਸਮੱਸਿਆ ਬਾਰੇ ਆਪਾਂ ਗੱਲ ਕਰ ਰਹੇ ਹਾਂ, ਨਿਪਟਾਰਾ ਤਾਂ ਹੀ ਕਰਾਂਗੇ ਜੇ ਆਪਾਂ ਨੂੰ ਉਹਦੇ ਬਾਰੇ ਜਾਗਰੂਕਤਾ ਹੋਊਗੀ, ਉਹਦੇ ਬਾਰੇ ਪਤਾ ਹੋਊਗੀ ਕਿ ਇਹ ਚੀਜ਼ ਕੀ ਚੀਜ਼ ਹੈ, ਇਹਦੇ ਵਿੱਚ ਕਿਹਦੀ ਚ ਘਾਟ ਆ, ਕੀ ਪ੍ਰੋਬਲਮ ਹੈ ਇਹਦੇ ਵਿੱਚ। ਤਾਂ ਸਾਰੀਆਂ ਚੀਜ਼ਾਂ ਆਪਾਂ ਕੀ ਕਰਾਂਗੇ, ਸਮੱਸਿਆ ਜਾਗਰੂਕਤਾ ਨਾਲ ਸੰਬੰਧਿਤ। ਇੰਗਲਿਸ਼ 'ਚ ਵੀ ਦੇਖ ਲੈਂਦੇ ਆਪਾਂ। ਵਿਚ ਇਜ਼ ਫੋਲੋਇੰਗ ਇਜ਼ ਦਾ ਫਸਟ ਸਟੈਪ ਟੂ ਦਾ ਸਾਇੰਟੀਫਿਕ ਮੈਥਡ ਟੂ ਪ੍ਰੋਬਲਮ ਅਵੇਅਰਨੈਸ। ਪ੍ਰੋਬਲਮ ਆਪਾਂ ਤਾਂ ਹੀ ਸੋਲਵ ਕਰਾਂਗੇ ਜੇ ਉਹਦੇ ਬਾਰੇ ਆਪਾਂ ਨੂੰ ਅਵੇਅਰਨੈਸ ਹੋਊਗੀ, ਜਾਣਕਾਰੀ ਹੋਊਗੀ। ਇਹਨਾਂ ਵਿੱਚੋਂ ਕਿਹੜਾ ਸਿੱਖਣ ਦਾ ਖੇਤਰ ਹੈ? ਸਿੱਖਣ ਦਾ ਖੇਤਰ ਹੈਗਾ ਬਈ ਪ੍ਰਭਾਵਸ਼ਾਲੀ। ਠੀਕ ਹੈ, ਪ੍ਰਭਾਵਸ਼ਾਲੀ ਕੀ ਇੱਕ ਸਿੱਖਣ ਦਾ ਕੇਂਦਰ ਹੈ। ਦੇਖਦੇ ਆਪਾਂ ਇੰਗਲਿਸ਼ 'ਚ ਕੀ ਕਹਿੰਦੇ ਆ। ਵਿਚ ਇਜ਼ ਦਾ ਫੋਲੋਇੰਗ ਦਾ ਡੋਮੀਨੋ ਲਰਨਿੰਗ। ਲਰਨਿੰਗ ਦਾ ਕੀ ਮੈਥਡ ਹੈਗਾ? ਅਫੈਕਟਿੰਗ। ਠੀਕ ਹੈ, ਜਦੋਂ ਕੋਈ ਬੱਚਾ ਕੋਈ ਕੰਮ ਕਰਦਾ ਸਮੇਂ ਬੋਰ ਹੋ ਜਾਂਦਾ ਤਾਂ ਇਹ ਇੱਕ ਕਾਹਦੀ ਨਿਸ਼ਾਨੀ ਹੈ? ਕਾਰਜ ਮਸ਼ੀਨੀ ਤੌਰ 'ਤੇ ਦੁਹਰਾਇਆ ਜਾ ਰਿਹਾ ਹੈ। ਠੀਕ ਹੈ, ਜਦੋਂ ਕੋਈ ਬੱਚਾ ਬੋਰ ਹੁੰਦਾ ਤਾਂ ਉਹਦੀ ਬਸ ਨਿਸ਼ਾਨੀ ਇਹੀ ਹੈਗੀ ਕਿ ਜਿਹੜਾ ਕਾਰਜ ਹੈਗਾ ਉਹ ਮਸ਼ੀਨੀ ਤੌਰ 'ਤੇ ਦੁਹਰਾਇਆ ਜਾ ਰਿਹਾ ਹੈ। ਦੇਖੋ ਇੰਗਲਿਸ਼ 'ਚ ਦੇਖਦੇ ਆ। ਵੈਨ ਏ ਚਾਈਲਡ ਗੈਟ ਬੋਰਡ ਵਾਈਲ ਡੂਇੰਗ ਏ ਟਾਸਕ ਇਟ ਸਾਈਨ ਡੈਟ ਦਾ ਟਾਸਕ ਮੇ ਬੀ ਬਿਕਮ ਮਕੈਨੀਕਲ ਰਿਪੈਟਿਵ। ਐਰਰ ਆਫ ਲਰਨ ਆਫਟਨ ਇੰਡੀਕੇਟ। ਲਰਨਿੰਗ ਦੇ ਵਿੱਚ ਕੋਈ ਆਪਣੀ ਗਲਤੀ ਹੁੰਦੀ ਹੈ ਤਾਂ ਉਹਨੂੰ ਕਿਹੜੀ ਚੀਜ਼ ਇੰਡੀਕੇਟ ਕਰਦੀ ਹੈ, ਕਿਹੜੀ ਚੀਜ਼ ਉਹਨੂੰ ਦੱਸਦੀ ਹੈ? ਤਾਂ ਉਹ ਦੱਸਦੀ ਹੈ ਮਕੈਨੀਕਲ ਡਰਿਲ ਦੀ ਜ਼ਰੂਰਤ ਹੁੰਦੀ ਹੈ ਉੱਥੇ ਬੱਚੇ ਨੂੰ। ਠੀਕ ਹੈ ਜੀ, ਉਹ ਪ੍ਰਕਿਰਿਆ ਜਿਸ ਵਿੱਚ ਜੈਨੇਟਿਕ ਕਾਰਕ ਵਾਤਾਵਰਨ ਨੂੰ ਪ੍ਰਤੀ ਵਿਅਕਤੀ ਦੀ ਪ੍ਰਕਿਰਿਆ ਨੂੰ ਸੀਮਿਤ ਕਰਦੇ ਹਨ, ਕਿਹਨੂੰ ਕੀ ਕਿਹਾ ਜਾਂਦਾ ਹੈਗਾ? ਉਹ ਪ੍ਰਕਿਰਿਆ ਜੈਨੇਟਿਕ ਕਾਰਕ ਹੁੰਦੇ ਜਿਹੜੇ ਆਪਣੇ ਮਾਂ-ਬਾਪ ਤੋਂ ਆਪਾਂ ਨੂੰ ਮਿਲਦੇ ਆ। ਠੀਕ ਹੈ, ਮਾਂ-ਬਾਪ ਵਾਲੇ ਗੁਣ ਜਿਹੜੇ ਆਪਣੇ ਜਾਂਦੇ, ਜੈਨੇਟਿਕ ਜੀਨ ਹੁੰਦੇ ਜਿਹੜੇ ਆਪਣੇ, ਉਹਦੀ ਗੱਲ ਕਰਦੇ ਆ। ਉਹ ਪ੍ਰਕਿਰਿਆ ਜਿਸ ਵਿੱਚ ਜੈਨੇਟਿਕ ਕਾਰਕ ਵਾਤਾਵਰਨ ਪ੍ਰਤੀ ਵਿਅਕਤੀ ਦੀ ਪ੍ਰਤੀਕਿਰਿਆ ਨੂੰ ਸੀਮਿਤ ਕਰਦੇ, ਉਹਨੂੰ ਕੀ ਕਿਹਾ? ਉਹਨੂੰ ਕਿਹਾ ਜਾਂਦਾ ਪ੍ਰਤੀਕਿਰਿਆ ਦੀ ਰੇਂਜ। ਕਿ ਭਾਈ ਤੁਹਾਡੀ ਇੱਕ ਤੇਰੀ ਰੇਂਜ ਹੈ, ਇਸ ਤੋਂ ਬਾਅਦ ਤੂੰ ਕੁਛ ਨਹੀਂ ਇਹੋ ਜਿਹਾ ਕਰ ਸਕਦਾ ਜੋ ਗਲਤ ਆ ਸਮਾਜ ਵਾਸਤੇ। ਠੀਕ ਹੈ, ਦੇਖੋ ਦਾ ਪ੍ਰੋਸੈਸ ਵੇਅਰ ਦਾ ਜੈਨੇਟਿਕ ਫੈਕਟਰ ਲਿਮਟ ਦਾ ਇੰਡੀਵਿਜੂਅਲ ਇਜ਼ ਰਿਸਪੋਂਸੀਬਿਲੈਂਸ ਟੂ ਇਨਵਾਇਰਮੈਂਟ ਇਜ਼ ਨੋਨ ਐਸ ਦਾ ਰੇਂਜ ਆਫ ਐਕਸ਼ਨ। ਠੀਕ ਹੈ ਜੀ, ਇਹਨਾਂ ਅੱਜ ਆਪਣੇ 25 ਦੇ 25 ਕਵਰ ਹੋ ਗਏ। ਸਾਰੇ ਬੱਚਿਆਂ ਨੇ ਇਹ ਲਾ ਲੈਣੇ। ਇਹਦਾ PDF ਬਾਕੀ ਜਿਹੜੇ ਪਹਿਲੇ ਵਾਲੇ ਟੈਸਟ ਸੀ ਉਹਦਾ PDF ਕੱਲ੍ਹ ਮੈਂ ਟੈਲੀਗ੍ਰਾਮ ਦੇ ਵਿੱਚ ਪ੍ਰੋਵਾਈਡ ਕਰਤਾ। ਜਿਹੜੇ ਬੱਚੇ ਨੇ ਟੈਲੀਗ੍ਰਾਮ ਜੁਆਇਨ ਕਰਨਾ ਗਾ ਉਹਦਾ ਲਿੰਕ ਮੈਂ ਵੀਡੀਓ ਦੇ ਨੀਚੇ ਦੇ ਦਿੰਦਾ। ਜੇ ਫਿਰ ਵੀ ਬੱਚੇ ਕਈਆਂ ਦੇ ਲਿੰਕ ਨਹੀਂ ਖੁੱਲੂਗਾ ਤਾਂ ਤੁਸੀਂ ਟੈਲੀਗ੍ਰਾਮ 'ਤੇ ਜਾ ਕੇ, ਠੀਕ ਹੈ, ਡਾਊਨਲੋਡ ਕਰਕੇ ਫ੍ਰੀ ਪੰਜਾਬ ਐਗਜ਼ਾਮ ਸਟੱਡੀ ਜਿਹੜਾ ਚੈਨਲ ਦਾ ਨੇਮ ਆ ਉਹ ਪੁੱਟ ਕਰ ਦਿਓ ਤਾਂ ਤੁਹਾਡੇ ਸਾਹਮਣੇ ਚੈਨਲ ਦੇ ਇੰਟਰਫੇਸ ਆ ਜਾਊਗਾ। ਐਂਟਰ ਕਰਕੇ ਥੱਲੇ ਜੁਆਇਨ ਵਾਲਾ ਬਟਨ ਦਬਾ ਲਓ, ਤੁਸੀਂ ਐਡ ਹੋ ਜਾਓਗੇ। ਠੀਕ ਹੈ, ਅਤੇ ਧੰਨਵਾਦ ਮੇਰੇ ਦੋਸਤੋ। ਚਾਹੁੰਦੇ ਵਾਦੇ ਰਹੋ ਭਾਈ।